ਜਿਹੜੇ ਲਲਿਆਣੀ ਵਾਲੇ ਸਨ ਉਹਨੂੰ ਆਂਦੇ ਸਨ ਸਰਦਾਰ ਹੁਣ ਸਿੱਖ ਦਾ ਮੈਨੂੰ ਨਾਮ ਹੈ ਨੰਦ ਸਿੰਘ। ਅੱਛਾ ਸਰਦਾਰ। ਅੱਛਾ ਉਦੋਂ ਜਦੋਂ ਆਉਂਦੇ ਜਾਂਦੇ ਸੀ ਦੇਖ ਕੇ ਸਹੀ ਨਾ ਆਉਂਦੇ ਜਾਂਦੇ ਹਾਲਤ ਹੁੰਦੇ ਇਹ ਸੁਣਿਆ ਸਰਦਾਰ ਮਾਨ ਸਿੰਘ ਵੀ ਬੜਾ ਤਗੜਾ ਸਰਦਾਰ ਮਾਨ ਸਿੰਘ ਵੀ ਤਾਂ ਉਹਦੇ ਬੰਦਾ ਮਾਰ ਕੇ ਹੋਲਾ ਸੀ। ਉਹ ਸਿੱਖਾਂ ਨੇ ਲੁੱਟ ਲਈ, ਕਤਲ ਉਗਾਰਦ ਹੋ ਗਿਆ ਵਿੱਚ ਸਾਈਆਂ ਨੇ ਵਿੱਚ ਸਾਈ ਪੈ ਗਏ। ਉਹ ਵੀ ਇੱਕ ਕੌਮ ਸੀ ਨਾ, ਨਾਲ ਮੁਸਲਮਾਨ ਵੀ ਸਨ। ਗੰਢੇ ਗੰਢਾਏ 20 ਮਰਬੇ 40 ਮਰਬੇ ਕਰ ਲਵੋ 500 ਕਮਾਂ ਜ਼ਮੀਨ ਸੀ ਉਹਨਾਂ ਨੇ। ਆ ਇੱਧਰ ਖੱਬੇ ਪਾਸੇ ਤੇ ਇੱਧਰ ਹੈ ਜਿਨ੍ਹਾਂ ਕਬਜ਼ਾ ਕੀਤਾ ਉਹ ਮੁਸਲਮਾਨ ਸਨ, ਮੇਊ ਸਨ। ਹਾਂਜੀ ਖੱਬੇ ਪਾਸੇ ਸਾਡੇ ਇੱਕ ਹਵੇਲੀ ਹੈ ਜਿਹਦੇ ਤੇ ਸਿੱਖ ਸਨ ਜਿਨ੍ਹਾਂ ਨੂੰ ਮੋਰ ਕਿਹਾ ਜਾਂਦਾ ਸੀ। ਮੋਰ ਵੱਡੇ ਸਿੱਖ ਸਨ। ਝਾਂਬ ਦੇ ਵਿੱਚ ਸਿੱਖਾਂ ਦੇ ਘਰ ਹੈਗੇ ਸਨ ਤੇ ਜੱਟਾਂ ਦੇ ਘਰ ਹੈਗੇ ਸਨ। ਮੁਸਲਮਾਨ ਜੱਟਾਂ ਦੇ ਤੇ ਸਿੱਖਾਂ ਦੇ ਘਰ ਹੈਗੇ ਸਨ। नाज़रीन तुसी अगर पंजाब की दुनिया तो मैं ਤੁਹਾਡਾ ਦੋਸਤ खरीदना लिया नाज़रीन जैसा कि ਤੁਹਾਨੂੰ ਦੱਸਦੇ रहिए कि इस टाइम मैं फिरोजपुर रोड ਦੇ ਉੱਤੇ ਖਲੋਤਾ ਹੋਇਆ ਜਿਹੜਾ ਸਿੱਧਾ ਚੜ੍ਹਦੇ ਪੰਜਾਬ ਨੂੰ ਜਾਂਦਾ ਹੈ ਇੰਡੀਆ ਵੱਲ ਨੂੰ ਤੇ ਇੱਥੇ ਲਹਿੰਦੇ ਪੰਜਾਬ 'ਚ ਫਿਰੋਜ਼ਪੁਰ ਰੋਡ ਦੀ ਤਰਫ ਕਈ ਜ਼ਿਆਦਾ ਪਿੰਡ ਹੈਗੇ ਨੇ ਤੇ ਅੱਜ ਅਸੀਂ ਇੱਕ ਪਿੰਡ ਦੇ ਵਿੱਚ ਤੁਹਾਨੂੰ ਲੈ ਕੇ ਜਾਵਾਂਗੇ ਤੇ ਤੁਹਾਨੂੰ ਪਿੰਡ ਦੇ ਬੰਦਿਆਂ ਨਾਲ ਮਿਲਵਾਵਾਂਗੇ ਜਿਨ੍ਹਾਂ ਨੂੰ ਇਸ ਦੀ ਪਿੰਡ ਦੀ ਤਾਰੀਖ ਦੇ ਬਾਰੇ ਪਤਾ ਹੈ, ਹਿੰਦੁਸਤਾਨ ਪਾਕਿਸਤਾਨ ਬਣਨ ਦੀ ਤਾਰੀਖ ਦੇ ਬਾਰੇ ਪਤਾ ਹੈ। ਨਾਜ਼ਰੀਨ ਤੇ ਇੱਥੇ ਬੜੇ ਸਿੱਖ ਵਗੈਰਾ ਮੁਸਲਮਾਨ हिंदू सारे इधर रहते होंगे सी कि इन्हां कोलों पुछांगे कि इत्थे सब तो अमीर कौन है सी, ज़्यादा ज़मीनां किहनां दी हैगियां सी, सिखां दी हैगियां सी, हिंदू दे मुसलमान दे। आइए नाज़रीन असीं चलने आ। तुसीं वेख रहे हो साडा यूट्यूब चैनल ते मैं हां तुहाडा दोस्त खदीब जहांगीर। नाज़रीन जैसे कि तुहानूं दसदे रहिए कि अज असीं बैठे हैं लैंदे पंजाब च एक पिंड है कोट इस्लामपुरा ते नाज़रीन अज साडे नाल एक ताया जी ने जिन्हों का नाम है सदीक है, सही गल? हाँ जी, मोहम्मद सदीक। ते नाज़रीन जैसे कि असीं तुहानूं दसदे रहिए कि हिंदुस्तान ते पाकिस्तान दी वंड होने तो पहले दा गया। हाँ जी। ते ये नाज़रीन अज असीं इन्हां कोल पुछने आ कि इह पिंड च सिख हुंदे सी, मुसलमान हुंदे, सरदार हिंदू ते इन्हां कोल सारी तारीख दे बारे च जानने दी कोशिश करने आ, हिस्टरी। तुसीं इत्थे दे हो कि हिंदुस्तान? नहीं जी, असीं ਪਿਓ ਦਾਦਾ ਪੜਦਾਦਾ ਇੱਥੇ ਦੇ ਰਹਿਣ ਵਾਲੇ ਨੇ। ਇਹ ਪਿੰਡ ਜਿਹੜਾ ਨੇ ਇਹ ਮੀਆਂ ਨੂੰ ਅੰਗਰੇਜ਼ ਨੇ ਦਿੱਤਾ ਸੀ ਜ਼ਮੀਨਾਂ ਆਬਾਦ ਕਰਨ ਵਾਸਤੇ। ਕਿਹਨੂੰ ਦਿੱਤਾ ਸੀ? ਮੀਆਂ ਨੂੰ, ਮੀਆਂ ਸਰਾਜਉਦੀਨ ਨੂੰ, ਉਸ ਦੇ ਵੱਡ ਵਡੇਰੇ ਨੂੰ। ਉਹ ਇੱਥੇ ਦੇ ਮਾਲਕ ਸਨ। ਇਹ ਨਵਾਂ ਪੁਰਾਣਾ ਪਿੰਡ ਦੋਵਾਂ ਇਹਦੇ ਨਾਮ ਦੱਸੋ ਨਾ। ਪਹਿਲਾ ਨਾਂ ਸੀ ਇਹਦਾ ਚੰਨਨਦੀਨ ਵਾਲਾ। ਹਾਂਜੀ। ਫਿਰ ਉਹਨਾਂ ਸਲਾਮਪੁਰਾ ਨਾਂ ਰੱਖਿਆ ਇਹਦਾ। ਇਹ ਮੀਆਂ ਕਿਆਂ ਦਾ ਪਿੰਡ ਸੀ। ਮੀਆਂ ਕੇ ਰਹਿੰਦੇ ਸਨ ਭਗਵਾਨਪੁਰੇ। ਮੀਆਂ ਕੇ ਦਾ ਮਤਲਬ ਕੀ? ਇਹ ਮੀਆਂ ਕੇ ਰਹਿੰਦੇ ਹਨ ਭਗਵਾਨਪੁਰੇ। ਮੀਆਂ ਜਾਦ ਨੇ ਜੀ, ਮੀਆਂ ਜਾਦ ਦਾ ਦਾਦਾ ਪੜਦਾਦਾ ਚੰਨਨਦੀਨ, ਮੀਆਂ ਚੰਨਨਦੀਨ। ਅੱਛਾ, ਮੀਆਂ ਚੰਨਨਦੀਨ ਨਬੀ ਬਸ਼ਕਾਲਾ ਜਿਹੜਾ ਉਹਦਾ ਚਾਚਾ ਸੀ ਤੇ ਇਹ ਉਹਦਾ ਭਤੀਜਾ ਸੀ। ਅੱਛਾ। 75 ਮਰਬੇ ਜ਼ਮੀਨ ਜਿਹੜੀ ਇਹ ਮੀਆਂ ਨਬੀ ਬਖਸ਼ ਦੀ ਸੀ ਜੀ, ਸੜਕੋਂ ਪਾਰ। ਅੱਛਾ। ਤੇ 50 ਮਰਬਾ ਜ਼ਮੀਨ ਸੀ ਜਿਹੜੀ ਇਹ ਮੀਆਂ ਚੰਨਨਦੀਨ ਦੀ ਸੀ ਸੜਕੋਂ ਰਾਰ। ਅੱਛਾ। ਉਹ ਹੀ ਹੁੰਦੀ ਹੈ, ਤੁਸੀਂ ਉਸ ਗੱਲ ਬਰੀਕੀ ਤੇ ਕਰਨੀ ਬਣਾਉਣੀ ਹੈ। ਆਹੋ। ਸਾਡੇ ਇਰਦ ਗਿਰਦ ਜਿਹੜਾ ਪਿੰਡ ਸੀ ਉਹ ਸੀ ਲਾਲਿਆਂ ਦਾ, ਜਿਹਦਾ ਨਾਂ ਸੀ ਕੋਟ ਮੇਲਾ ਰਾਮ। ਇਹ ਨਾਲ ਹੀ ਹੈ। ਇੱਕ ਇਸ ਤੋਂ ਪਰਲੀ ਸਾਈਡ ਦੇ ਪਿੰਡ ਸੀ ਜਿਹਨੂੰ ਕੀਤ ਕਿਹਾ ਜਾਂਦਾ ਸੀ, ਕਾਲੇ ਖਾਨ ਦੇ। ਕੀਤ ਦਾ ਮਤਲਬ ਕੀ ਹੈ? ਕੀਤ ਕਿਹਨੇ ਇੱਕ ਬੰਦਾ ਸੀ, ਮਰਦ ਸੀ, ਮੁਸਲਮਾਨ ਸੀ। ਉਹਦਾ ਨਾਂ ਸੀ ਕਾਲੇ ਖਾਨ, ਕੀਤਾਂ ਦਾ। ਅੱਛਾ। ਕਾਲੇ ਖਾਨ ਤੁਹਾਨੂੰ ਬਾਬਾ ਜੀ ਨਹੀਂ ਇਹਨਾਂ ਗੱਲਾਂ ਦੀ। ਕਾਲੇ ਖਾਨ ਦਾ ਮਤਲਬ ਕੀ? ਕਾਲੇ ਨਾਂ ਸੀ ਬੰਦੇ ਇੱਕ ਦਾ, ਪੱਟੀ ਸੀ। ਇਹਦੇ ਵਿੱਚ ਸਿੱਖ ਕੋਈ ਨਹੀਂ ਸਨ। ਅੱਛਾ। ਇਸ ਤੋਂ ਅੱਗੇ ਇੱਕ ਪਿੰਡ ਸੀ ਜਿਹਨੂੰ ਕਿਹਾ ਜਾਂਦਾ ਸੀ ਝਾਂਬ। ਝਾਂਬ ਦੇ ਵਿੱਚ ਸਿੱਖਾਂ ਦੇ ਘਰ ਹੈਗੇ ਸਨ ਤੇ ਜੱਟਾਂ ਦੇ ਘਰ ਹੈਗੇ ਸਨ। ਮੁਸਲਮਾਨ ਜੱਟਾਂ ਦੇ ਤੇ ਸਿੱਖਾਂ ਦੇ ਘਰ ਹੈਗੇ ਸਨ। ਉਹ ਜਦੋਂ ਹਿੰਦੁਸਤਾਨ ਦੇ ਤੇ ਪਾਕਿਸਤਾਨ ਦੀ ਵੰਡ ਹੋਈ 14 ਅਗਸਤ 1947 ਨੂੰ, ਉਹ ਇੱਥੋਂ ਆਪਣਾ ਮਾਲ ਮਤਾ ਚੁੱਕ ਕੇ ਚਲੇ ਗਏ। ਤੇ ਉੱਥੇ ਆਣ ਕੇ ਜਿਹੜੇ ਉਧਰੋਂ ਮਹਾਜਰ ਆਏ, ਜਿਹੜੇ ਮੇਊ ਸਨ, ਉਹਨਾਂ ਆਣ ਕੇ ਜ਼ਮੀਨਾਂ ਕਬਜ਼ਾ ਕਰ ਲਿਆ। ਸਾਡੇ ਨਾਲ ਖੱਬੇ ਪਾਸੇ ਜਿਨ੍ਹਾਂ ਕਬਜ਼ਾ ਕੀਤਾ ਉਹ ਮੁਸਲਮਾਨ ਸਨ, ਮੇਊ ਸਨ। ਹਾਂਜੀ। ਖੱਬੇ ਪਾਸੇ ਸਾਡੇ ਇੱਕ ਹਵੇਲੀ ਹੈ ਜਿਹਦੇ ਤੇ ਸਿੱਖ ਸਨ ਜਿਨ੍ਹਾਂ ਨੂੰ ਮੋਰ ਕਿਹਾ ਜਾਂਦਾ ਸੀ।
ਮੋਰ ਦਾ ਮਤਲਬ ਕੀ? ਮੋਰ ਵੱਡੇ ਸਿੱਖ ਸਨ, ਵੱਡੇ ਸਿੱਖ। ਬਾਅਦ 500 ਕਮਾਂ ਦੇ ਮਾਲਕ ਸਨ, 5 ਬੜੀਆਂ ਜ਼ਮੀਨਾਂ ਸਨ ਉਹਨਾਂ ਦੀਆਂ। ਨਹੀਂ, ਸਿੱਖਾਂ ਦੀਆਂ ਬੜੀਆਂ ਜ਼ਮੀਨਾਂ ਸਨ। 500 ਕਮਾਂ ਦੇ ਮਾਲਕ ਸਨ ਉਹ। ਤੁਹਾਡਾ ਜਦੋਂ ਉਹ ਇੱਥੋਂ ਨੱਸ ਗਏ ਨੇ, ਮਰਬੇ ਨਾ ਮਰਬੇ ਮਰੱਬੇ ਨੇ 20 ਮਰੱਬੇ 40 ਮਰੱਬੇ ਕਰ ਲਵੋ, 500 ਕਮਾਂ ਜ਼ਮੀਨ ਸੀ ਉਹਨਾਂ ਨੇ। ਅੱਛਾ ਆ ਇੱਧਰ ਖੱਬੇ ਪਾਸੇ ਤੇ ਇੱਧਰ ਹੈ। ਅੱਛਾ ਤੇ ਉਹ ਆਣ ਕੇ ਉੱਥੋਂ ਮਾਜਰ ਆਏ ਨੇ। ਇਹ ਪਾਣੀਪਤ ਕਰਨਾਲ ਦੇ ਲੋਕ ਨੇ, ਅੱਛਾ ਇਹਨਾਂ ਆਣ ਕੇ ਇੱਥੇ ਕਬਜ਼ੇ ਕੀਤੇ, ਫਿਰ ਇਹਨਾਂ ਨੂੰ ਅਲਾਟਮੈਂਟ ਹੋ ਗਈ ਅੱਛਾ ਤੇ ਇਹਨਾਂ ਕਿਸੇ ਦੇ allotment? ਹਾਂਜੀ ਜ਼ਮੀਨਾਂ ਦੀ ਯਾਨੀ ਕਿ ਲੈ ਲਓ। ਲੈ ਲਵੋ। ਉੱਥੇ ਜਿਨ੍ਹਾਂ ਛੱਡ ਕੇ ਆਏ ਸਨ ਨਾ। ਜਿਨ੍ਹਾਂ ਦੇ ਕੋਲ ਕਾਗਜ਼ ਹੈਗੇ ਸਨ ਪਿਛਲੇ, ਉੱਥੋਂ ਜਿਹਦੇ ਕਾਗਜ਼ ਲੈ ਕੇ ਇੱਥੇ ਆ ਗਏ, ਉਹਨਾਂ ਨੂੰ ਇੱਥੇ ਆਣ ਕੇ ਅਲਾਟਮੈਂਟ, ਉਹਨਾਂ ਨੂੰ ਇੱਥੇ ਆਣ ਕੇ ਪਏਗੀ। ਅੱਛਾ ਜਿਹੜਾ ਇਹ ਆਪਣਾ ਪਿੰਡ ਚ ਹਾਂਜੀ ਇਹ ਕਿਸ ਤਰ੍ਹਾਂ ਦਾ ਸੀ ਪਿੰਡ? ਇਹ ਮਿੰਨੇ ਕੇ ਆਂਦਾ ਸੀ। ਇਹਦੇ ਚ ਸਿੱਖ ਕੋਈ ਨਹੀਂ ਸੀ, ਨਾ ਨਬੀ ਬਸ਼ਕਾਲੇ ਚ ਕੋਈ ਸਿੱਖ ਸੀ, ਨਾ ਕੋਈ ਕੀਤਾਂ ਚ ਸਿੱਖ ਸੀ। ਅੱਛਾ ਤੇ ਇਹ ਗਲਵਾੜੇ ਵਗੈਰਾ ਸੀ? ਗਲਵੈੜੇ ਦੇ ਵਿੱਚ ਸਿੱਖ ਸੁੱਖ ਹੈਗੇ ਸਨ, ਅੱਛਾ ਹੈਗੇ ਸਨ ਸਿੱਖ। ਉੱਥੇ ਸੁਣਿਆ ਸਿੱਖਾਂ ਨੇ ਬੜਾ ਸੋਹਣਾ ਆਪਣਾ ਬੜਾ ਮਾਇਆ ਆਪਣੀ ਦੱਬੀ ਦੁੱਬੀ ਰੱਖੀ। ਦੱਬੀ ਦੁਬੀ ਰੱਖੀ ਤੇ ਲੇਕਿਨ ਉਹ ਚੀਜ਼ ਇਹ ਆ ਕਿ ਉਹ ਸਿੱਖਾਂ ਦੇ 2-3 ਘਰ ਹੀ ਸਨ ਜਿਹੜੇ ਸਾਰੀ ਜ਼ਮੀਨ ਸੰਭਾਲ ਕੇ ਬੈਠੇ। ਉਹਨਾਂ ਕੋਲ ਵੀ 1000 ਏਕੜ ਦੇ ਕਰੀਬ ਜ਼ਮੀਨ ਸੀ। ਅੱਛਾ ਜਿਹੜੇ ਸਿੱਖ ਬੈਠੇ ਹੋਏ ਸਨ ਨਾ, 1000 ਏਕੜ ਦੇ ਕੋਲ ਜ਼ਮੀਨ ਸੀ ਉਹਨਾਂ ਗਲਵੈੜੇ ਦੇ। ਪਿੰਡ 'ਚ? ਗਲਵੈੜੇ ਪਿੰਡ 'ਚ। ਗਲਵਾੜਾ ਬਹੁਤ ਵੱਡਾ ਪਿੰਡ? ਵੱਡਾ ਪਿੰਡ ਹੈ। ਅੱਛਾ ਹਾਂਜੀ ਤੇ ਇਹ ਜਿਹੜਾ ਆਪਣਾ ਜਿਹੜਾ ਸਾਡਾ ਲਲਿਆਣੀ ਹੈ, ਹਾਂਜੀ ਇੱਥੇ ਵੀ ਸਿੱਖ? ਲਲਿਆਣੀ ਬੜਾ ਸਿੱਖ ਸੀ। ਲਲਿਆਣੀ ਹੈ ਸਾਰੀ ਲਲਿਆਣੀ ਜਿਹੜੀ ਹੈ ਉਹ ਬੁੱਢੀ ਸੀ, ਔਰਤ ਸੀ, ਅੱਛਾ ਉਹਦਾ ਨਾਂ ਲਲਿਆਣੀ ਸੀ। ਅੱਛਾ ਤੇ ਹਿੰਦੂ ਵਗੈਰਾ ਹੁੰਦੇ ਸੀ? ਇਹ ਬੜੇ ਹਿੰਦੂ ਵਗੈਰਾ ਸਾਰੇ ਕੁਝ ਹੁੰਦੇ ਸਨ, ਸਿੱਖ ਹੁੰਦੇ ਸਨ। ਤਗੜਾ ਤੇ ਸਿੱਖੀ ਸੀ। ਸਾਰਿਆਂ ਤੋਂ ਵੱਡੇ ਮਾਲਕ ਜਿਹੜੇ ਸਨ ਉਹ ਸਿੱਖ ਸੀ। ਇਹ ਉਸ ਜਿਹੜੇ ਲਲਿਆਣੀ ਵਾਲੇ ਸਨ ਉਹਨੂੰ ਆਂਦੇ ਸਨ ਸਰਦਾਰ, ਹੁਣ ਸਿੱਖ ਦਾ ਮੈਨੂੰ ਨਾਂ ਹੈ ਨੰਦ ਸਿੰਘ, ਅੱਛਾ ਸਰਦਾਰ ਨੰਦ ਸਿੰਘ। ਜਿਹੜਾ ਵੱਡਾ ਜਿਹੜਾ ਲਲਿਆਣੀ ਦਾ ਚੌਧਰੀ ਸੀ, ਅੱਛਾ ਲਲਿਆਣੀ ਦਾ ਸਿੰਘ ਸਰਦਾਰ ਨੰਦ ਸਿੰਘ ਨੰਦ ਸਿੰਘ ਸਿੱਖ ਸੀ। ਅੱਛਾ ਉਹਦੇ ਕੋਲ ਤਕਰੀਬਨ ਜ਼ਮੀਨ ਹੈ ਸੀ 500 ਏਕੜ 500 ਏਕੜ? ਜੀ 500 ਏਕੜ ਜ਼ਮੀਨ। 1 ਏਕੜ 'ਚ ਕਿੰਨੇ ਮਰਲੇ ਹੁੰਦੇ ਨੇ? 160 160 ਹਾਂਜੀ। ਯਾਨੀ ਪੂਰੇ ਸਰਦਾਰ ਨੰਦ ਸਿੰਘ। ਸਰਦਾਰ ਨੰਦ ਸਿੰਘ ਤੇ ਸਰਦਾਰ ਮੰਗਲ ਸਿੰਘ, ਅੱਛਾ ਇਹ ਕੌਣ ਸੀ? ਇਹ ਵੀ ਸਿੱਖ ਸਨ। ਅੱਛਾ ਪਿਓ ਦਾਦੇ ਵਾਲੇ ਸਿੱਖ ਸਨ ਜਿਹੜੇ 5 ਹੈ। ਦਿਦਾਰ ਸਿੰਘ ਵੀ ਹੈਗਾ ਸੀ, ਉਹ ਵੀ ਜੀ ਉਹ ਵੀ 500 ਕਮਾਂ ਦਾ ਮਾਲਕ ਸੀ। ਅੱਛਾ ਇਹ ਪੂਰੇ ਲਲਿਆਣੀ ਦੇ ਉੱਤੇ ਇਸ ਤਰ੍ਹਾਂ ਕਰਕੇ ਸਾਰਿਆਂ ਸਿੱਖਾਂ ਦਾ ਕਬਜ਼ਾ ਸੀ। ਅੱਛਾ ਠੀਕ ਹੈ ਜੀ। ਉਹਦੇ ਵਿੱਚ ਮੁਸਲਮਾਨਾਂ ਦੀਆਂ ਜ਼ਮੀਨਾਂ ਹੈਗੀਆਂ ਕੋਈ ਥੋੜੀਆਂ ਬਹੁਤੀਆਂ, ਤੇ ਹਿੰਦੂਆਂ ਦੀ ਕਿੰਨੀਆਂ? ਹਿੰਦੂਆਂ ਦੀਆਂ ਕੋਈ ਨਹੀਂ ਸਨ। ਜਾਂ ਹਿੰਦੂ ਘੱਟ ਹੈਗਾ ਸੀ? ਹਿੰਦੂ ਹੈਗੇ ਸਨ, ਜ਼ਮੀਨਾਂ ਕੋਈ ਨਹੀਂ ਸਨ। ਜ਼ਮੀਨਾਂ ਜ਼ਿਆਦਾ ਸਿੱਖਾਂ ਕੋਲ, ਜੱਟਾਂ ਦੀਆਂ ਹੀ ਸਨ ਜੱਟਾਂ ਦੀਆਂ? ਜੀ। ਸਿੱਖਾਂ ਦੀਆਂ, ਸਿੱਖ ਜਾਟਾ ਖਾਉਂਦੇ ਸਨ ਆਪਣੇ ਆਪ ਸਿੱਖ ਜੱਟ ਹੁੰਦੇ ਸਨ। ਜੀ। ਸਹੀ ਸਹੀ। ਤੇ ਇਹ ਦੱਸੋ ਇਹ ਆਪਣਾ ਜਦੋਂ ਆਪਣਾ ਗਦਰ ਹੋਇਆ ਹੈ, ਜੀ ਉਹਦਾ ਕੋਈ ਸੀਨ ਪਾੜ ਤੁਹਾਨੂੰ ਯਾਦ ਹੈ? ਕਿਸੇ ਵੱਡੇ ਨੇ ਕੋਈ ਸਟੋਰੀ ਦੱਸੀ ਹੋਵੇ? ਗਦਰ ਜਦੋਂ ਹੋਇਆ 1947, ਹਾਂਜੀ ਨਹੀਂ 1947 ਦੇ ਵਿੱਚ, ਹਾਂਜੀ ਨਹੀਂ, ਇਹਨਾਂ ਦੇ ਵਾਲਦ ਸਾਹਿਬ ਨੂੰ ਪਤਾ ਹੋਏਗਾ। 1947 ਦੇ ਵਿੱਚ, ਉਹਨੇ ਦੱਸੀ ਹੋਣੀ ਕੋਈ ਨਾ। 1947 ਦੇ ਵਿੱਚ ਜਦੋਂ ਗਦਰ ਪਿਆ ਹੈ, ਹਾਂ ਹਾਂ ਜਿੱਥੇ ਜਿੱਥੇ ਲੋਕਾਂ ਦਾ ਮਾਲ ਡੰਗਰ ਹੈਗਾ ਸੀ ਹਾਂ ਉਸੇ ਤਰ੍ਹਾਂ ਹੀ ਉਹਨਾਂ ਛੱਡ ਦਿੱਤਾ, ਆਪਣੇ ਮਕਾਨ ਛੱਡ ਦਿੱਤੇ। ਮਕਾਨਾਂ ਦੇ ਵਿੱਚੋਂ ਸਮਾਨ ਜੋ ਜ਼ਾਤੀ ਜ਼ੇਵਰ ਵਗੈਰਾ ਆਇਆ ਸੀ, ਉਹ ਤੇ ਪੈਸਾ ਵਗੈਰਾ ਆਇਆ ਸੀ, ਉਹ ਨਾ ਕੱਢ ਲਿਆ, ਬਾਕੀ ਕਿਸੇ ਚੀਜ਼ ਨਹੀਂ ਕੱਢਣ ਦਿੱਤੀ। ਉਹ ਸਿੱਖਾਂ ਨੇ ਲੁੱਟ ਲਈ, ਕਤਲ ਉਗਾਰਦ ਹੋ ਗਿਆ। ਵਿੱਚ ਸਾਈਆਂ ਨੇ ਵਿੱਚ ਸਾਈ ਪੈ ਗਏ, ਉਹ ਵੀ ਇੱਕ ਕੌਮ ਸੀ ਨਾ, ਨਾਲ ਮੁਸਲਮਾਨ ਵੀ ਸਨ, ਗੰਢੇ ਗੰਢਾਏ। ਅੱਛਾ ਇਹਨਾਂ ਨੇ ਸਿੱਖਾਂ ਨੂੰ ਲੁੱਟ ਲਿਆ ਸਿੱਖਾਂ ਨੂੰ ਲੁੱਟ ਲਿਆ। ਸਿੱਖਾਂ ਨੇ ਫਿਰ ਕਤਲ ਉਗਾਰਦ ਸ਼ੁਰੂ ਕਰ ਦਿੱਤੀ। ਇੱਥੇ? ਇੱਥੇ ਲਲਿਆਣੀ ਹੋ ਗਈ, ਗਲਵੈੜੇ ਹੋ ਗਈ, ਹਰ ਪਾਸੇ ਹੀ ਚਫੇਰੇ, ਸਾਰਾ ਹਿੰਦੁਸਤਾਨ ਹੀ ਸੀ। ਇਹਨਾਂ ਨੇ ਇੱਥੇ ਲੁੱਟਮਾਰ ਸ਼ੁਰੂ ਕੀਤੀ ਹੈ। ਅੰਗਰੇਜ਼ ਦੀ ਬਾਦਸ਼ਾਹੀ ਸੀ ਨਾ, ਮੌਨ ਲਾਲ ਬਿਟਨ ਵੰਡ ਕਰ ਰਿਹਾ ਸੀ ਨਾ, ਔਰ ਉਹ ਉਹਨਾਂ ਦੇ ਹੱਥ ਦਾ ਸੀ, ਉਹ ਉਹਨਾਂ ਦੀ ਫੇਵਰ ਮਾਰਦਾ ਸੀ। ਤੇ ਇੱਥੇ ਲੋਕੀ ਗਏ ਕਿਵੇਂ ਫਿਰ? ਇਹ ਫਿਰ ਜਿਹੜੇ ਲੋਕ ਸਨ ਉਹ ਕੋਈ ਕਤਲੋਗਾਰਦ ਹੁੰਦੇ, ਕੋਈ ਨਸ ਭੱਜ ਕੇ, ਕੋਈ ਅੱਗੇ ਪਿੱਛੇ, ਕੋਈ ਮਿਲਟਰੀ ਦੇ ਮੁਲਾਜ਼ਮਾਂ ਨੇ ਨਾਲ ਉਹਨਾਂ ਦੀ ਫੇਵਰ ਵਗੈਰਾ ਕੀਤੀ, ਉਹ ਇਸ ਤਰ੍ਹਾਂ ਆ ਗਏ। ਅੱਛਾ ਹਾਂਜੀ ਅੱਛਾ। ਇਹ ਉਧਰੋਂ ਜਿਹੜੇ ਲੋਕ ਆਏ ਤੁਹਾਡੇ ਕੋਲ ਇੱਥੇ ਆਣ ਕੇ ਰਹੇ ਨੇ, ਜੀ। ਉਹਨਾਂ ਵਿੱਚੋਂ ਇੱਥੇ ਖਾਨਦਾਨ ਕੋਈ ਆਏ ਨੇ? ਉਹਨਾਂ ਦੇ ਵਿੱਚੋਂ ਬੜੇ ਖਾਨਦਾਨ ਆਏ ਨੇ, ਕੋਈ ਇੱਕ ਥੋੜਾ ਆਇਆ। ਹਾਂ ਹਾਂ। ਉਹ ਕਿਹੜੀ ਜਗ੍ਹਾ ਤੇ ਵਸੇ ਨੇ? ਉਹ ਵਸੇ ਨੇ, ਉਹ ਅੱਗੇ ਤੁਹਾਨੂੰ ਦੱਸਿਆ ਨਹੀਂ, ਉਹ ਸਰਦਾਰ ਮੰਗਲ ਸਿੰਘ ਦੀ ਹਵੇਲੀ ਸੀ। ਅੱਛਾ
ਹੈਗੀ ਹੈ ਇੱਥੇ ਅਜੇ ਵੀ ਹੈਗੀ ਇਹ ਕਿਉਂ ਕਿੱਧਰ ਹੋਏਗੀ ਉਹ ਤਾਂ ਉਦੋਂ ਚਲੇ ਗਏ ਨਾ ਤੇ ਮੁਸਲਮਾਨਾਂ ਦੇ ਕੋਲ ਨੇ ਨਾ ਹੁਣ ਜ਼ਮੀਨਾਂ ਤੇ ਇਹਨਾਂ ਦੀ ਜਗ੍ਹਾ ਜਿਹੜੀ ਹੈ ਮੁਸਲਮਾਨਾਂ ਕੋਲ ਮਿਊਆਂ ਕੋਲ ਤੁਸੀਂ ਪਾਕਿਸਤਾਨ ਬਣਨ ਤੋਂ ਪਹਿਲੇ ਤੇ ਹੈਗੇ ਹੋ ਕਿ ਬਾਅਦ ਚ ਪਹਿਲੇ ਦਿਨ ਇਹ ਪਹਿਲੇ ਦਿਨ ਪਹਿਲੇ ਦਿਨ ਅੱਛਾ ਹਾਂ ਅੱਛਾ ਅੱਛਾ ਇਹਨਾਂ ਨਾਲ ਵੀ ਕਰੀਏ ਥੋੜੀ ਗੱਲ ਹੈ ਕਰੋ ਨਹੀਂ ਥੋੜੀ ਗੱਲ ਨਹੀਂ ਪੜਿਆ ਨਹੀਂ ਪਤਾ ਇਹ ਦੂਜੇ ਜਿਹੜੇ ਹੈਗੇ ਨੇ ਇਹਨਾਂ ਨੇ ਵੀ ਪੜਾਉਣਾ ਅੱਛਾ ਤੁਸੀਂ ਜਦੋਂ ਆਏ ਹੋ ਤੁਸੀਂ ਇੱਥੇ ਦੇ ਹੋ ਕੁਝ ਅਸੀਂ ਜੱਦੀ ਉੱਥੇ ਹੀ ਜੱਦੀ ਪੁਸ਼ਤੀ ਇੱਥੇ ਚਲੋ ਸਾਰੇ ਨਾ ਤੁਸੀਂ ਇਹ ਜੋ ਵੇਖਿਆ ਕਦਰ ਵੇਖਿਆ ਹਾਂ ਤੋਂ ਤੇ ਕੀ ਹਿਸਾਬ ਕਿਤਾਬ ਰਿਹਾ ਕੀ ਹਿਸਾਬ ਤੁਹਾਡੀ ਉਮਰ ਕਿੰਨੀ ਹੋਣੀ ਇਸ ਟਾਈਮ ਸਾਡੇ ਹੋ ਗਏ 86 ਸਾਲ 85 86 85 86 ਸਾਲ ਹੋ ਗਏ ਤੁਹਾਡੀ ਉਮਰ ਹੈ ਤੇ ਨਾਂ ਕੀ ਤੁਹਾਡਾ ਨਾ ਤਲੇ ਹੈ ਨਾ ਤਲੇ ਨਾ ਤੁਹਾਡੀ ਬਾਬਾ ਨੇਤਾ ਆ ਬਾਬਾ ਨਾ ਤਾ ਖੈਰ ਨਹੀਂ ਤੇ ਇਹ ਦੱਸੋ ਕੋਈ ਹਾਲ ਦੱਸੋ ਜਦੋਂ ਗਦਰ ਹੋਇਆ ਉਸ ਵੇਲੇ ਫਿਰ ਕਿਵੇਂ ਲੋਕਾਂ ਨੇ ਉਹ ਦੱਸਿਆ ਨੀ ਤੈਨੂੰ ਉਹਨੇ ਉਹਨਾਂ ਦੱਸਿਆ ਉਹ ਹੀ ਸਮਝਾ ਤੂੰ ਫਿਰ ਉਹ ਕਰ ਲਾ ਕੰਮ ਖੂਹਾਂ ਦੇ ਵਿੱਚ ਲਾਸ਼ਾਂ ਸੱਟ ਦਿੰਦੇ ਸਨ ਜੰਗਲਾਂ 'ਚ ਸੱਟ ਦਿੰਦੇ ਸਨ ਲਾਸ਼ਾਂ ਬਾਲਾਂ ਨੂੰ ਜਿਹੜੇ ਨਾ ਉਹਨਾਂ ਨੂੰ ਆ ਟੰਗ ਦਿੰਦੇ ਸਭੀ ਨਹੀਂ ਹੁਣ ਦੱਸੋ ਉਹ ਗੱਲ ਇਹ ਨਾ ਜ਼ਿਆਦਾਤਰ ਕਤਲੋਗਾਰਤ ਦੇ ਵਿੱਚ ਮੁਸਲਮਾਨ ਹੀ ਆਉਂਦੇ ਸਨ ਕਿਉਂਕਿ ਮਾੜੀ ਪਾਰਟੀ ਸੀ ਅੱਛਾ ਜਿਹੜਾ ਬਾਹਰ ਅੰਦਰ ਨਿਕਲ ਜਾਂਦਾ ਸੀ ਸਿੱਖਾਂ ਦੇ ਬੜੇ ਜ਼ੋਰ ਸਨ ਅੱਛਾ ਹਾਂਜੀ ਉਹ ਸਰਦਾਰ ਜਿਹੜੇ ਨੇ ਉਹ ਘੇਰ ਕੱਪ ਕੇ ਬੰਦੇ ਕਤਲ ਕਰ ਦਿੰਦੇ ਸਨ ਉਹਨਾਂ ਅੱਗੋਂ ਸਹਾਈ ਰੱਖੇ ਹੋਏ ਸਨ ਜਿਹੜੇ ਬੰਦਿਆਂ ਤੋਂ ਮਰਾਉਂਦੇ ਸਨ ਤੁਸੀਂ ਕੁਝ ਵੇਖਿਆ ਦੱਸੋ ਕੋਈ ਵਾਕਿਆ ਦੱਸੋ ਦੇਖਿਆ ਹੋਏ ਵੀ ਉਧਰੋਂ ਲੁੱਟ ਲੁੱਟ ਆ ਕੇ ਤੇ ਕੋਈ ਉਧਰੋਂ ਮਾਰ ਲਈ ਜਾਂਦਾ ਕੋਈ ਇਧਰੋਂ ਲਈ ਜਾਂਦਾ ਅੱਛਾ ਸਿੱਖਾਂ ਜੋ ਆਪਣੇ ਸਿੱਖ ਲੈ ਜਾਂਦੇ ਮੁਸਲਮਾਨਾਂ ਜੋ ਮੁਸਲਮਾਨ ਲੈ ਜਾਂਦੇ ਅੱਛਾ ਹੋਰ ਕੀ ਵੇਖਣਾ ਮੁਸਲਮਾਨ ਕਮਜ਼ੋਰ ਸਨ ਤੁਸੀਂ ਕਹਿੰਦੇ ਆਏ ਸੀ ਤੁਸੀਂ ਜਦੋਂ ਇੱਥੇ ਵੰਡੇ ਸੀ ਇਹ ਤਾਂ ਪਿੰਡ ਹੀ ਇੱਥੋਂ ਦਾ ਸੀ ਤੁਹਾਡਾ ਕੋਈ ਉਧਰੋਂ ਆਣ ਕੇ ਵਸਿਆ ਕੋਈ ਨਹੀਂ ਅੱਛਾ ਸਾਡੇ ਰਿਸ਼ਤੇਦਾਰ ਸਾਰੇ ਇਧਰ ਇੱਧਰ ਹੀ ਸਨ ਸਾਡੇ ਸਿਰ ਦੇ ਇੱਥੇ ਤੁਹਾਡੀ ਸਿੱਖਾਂ ਸੁੱਖਾਂ ਨਾਲ ਮੁਲਾਕਾਤ ਹੈ ਜੀ ਇਧਰ ਇੱਥੇ ਤੁਹਾਡੇ ਵੱਡਿਆਂ ਦੀ ਅਸੀਂ ਉਦੋਂ ਬੱਚੇ ਹਾਂ ਤੁਹਾਡੇ ਵੱਡਿਆਂ ਦੀ ਇਕੱਠੇ ਸੀ ਸਾਰੇ ਇਕੱਠੇ ਸੀ ਉਦੋਂ ਤੇ ਅੱਛਾ ਅੱਛਾ ਇਦੋਂ ਜਦੋਂ ਆਉਂਦੇ ਜਾਂਦੇ ਸੀ ਦੇਖ ਕੇ ਅਸਰ ਹੀ ਨਾ ਆਉਂਦੇ ਜਾਂਦੇ ਹਾਲਤ ਹੁੰਦੇ ਇਹ ਲੱਗਦੇ ਜਦੋਂ ਸੁਣਿਆ ਸਰਦਾਰ ਮਾਨ ਸਿੰਘ ਵੀ ਬੜਾ ਤਗੜਾ ਸਰਦਾਰ ਮਾਨ ਸਿੰਘ ਵੀ ਤਾਂ ਉਹਦੇ ਪਹਿਲਾਂ ਮਾਰੇ ਉਹ ਹੋਲਾ ਸੀ ਅੱਛਾ ਸੁਣਿਆ ਸੀ ਵੇਖਿਆ ਤਾਂ ਨਹੀਂ ਮੈਂ ਉਦੋਂ ਛੋਟਾ ਸੀ ਹਾਂ ਹਾਂ ਇਹਨਾਂ ਬਾਲਾਂ ਕੋ ਸਮਝ ਤੇ ਨਹੀਂ ਤੁਸੀਂ ਸਕੂਲੇ ਜਾਂਦੇ ਸੋ 10-12 ਸਾਲ ਸਕੂਲ ਇਹਦੇ ਕਿੱਥੇ ਜਾਂਦੇ ਇਹ ਸਕੂਲ ਹੀ ਨਹੀਂ ਗਏ ਉਹਨੇ ਸਕੂਲ ਕਿੱਥੇ ਸੀ ਉਹ ਡੰਗਰ ਜਾਣਾ ਬਾਹਰ ਜਾਣ ਕੇ ਬਣ ਕੇ ਨੇ ਸੜਕਾਂ ਉਹ ਡੰਗਰ ਹੀ ਚਾਰਦੇ ਸਾਰੇ ਯੂਨੀਵਰਸਿਟੀ ਸਹੀ ਯੂਨੀਵਰਸਿਟੀ ਕਿਹੜੀ ਸੀ ਤੇ ਪਾਪਾ ਨੂੰ ਕੀ ਪਤਾ ਯੂਨੀਵਰਸਿਟੀ ਨਾ ਦੇ ਬੜੀ ਹੈ ਮੁੰਡਾ ਬੜੀ ਤੁਹਾਡੇ ਘਰ ਦੇ ਨਾਲ ਵੀ ਸਿੱਖਾਂ ਦਾ ਘਰ ਹੁੰਦਾ ਸੀ ਨਹੀਂ ਇਹਨਾਂ ਦਾ ਨਾਲ ਦਾ ਅੱਛਾ ਇਹਦਾ ਮਤਲਬ ਇਹ ਹੈ ਚੰਨਨ ਦੀਨ ਜਿਹੜਾ ਹੈ ਸੀ ਮੁਸਲਮਾਨਾਂ ਦਾ ਮੁਸਲਮਾਨਾਂ ਦਾ ਤੇ ਮੇਲਾ ਰਾਮ ਨਾਮ ਕਿਉਂ ਮੇਲਾ ਨਾ ਕੋ ਲਾਲਾ 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 ਲਾਲੇ ਜਿਹੜੇ ਹੁੰਦੇ ਨੇ ਦੋ ਸਮਝ ਲਾ ਹਿੰਦੂ ਸੀ ਹਿੰਦੂ ਲਾਲਾ ਹਾਂ ਲਾਲਾ ਇਸ ਵਾਸਤੇ ਉਹਨੂੰ ਮੇਲਾ ਰਾਮ ਕਿਹਾ ਜਾਂਦਾ ਸੀ ਇਹਨਾਂ ਦਾ ਉਹ ਫਿਰ ਤਗੜਾ ਬੰਦਾ ਹੋਏਗਾ ਤਗੜਾ ਬੰਦਾ ਨਹੀਂ ਸੀ ਉਹ ਸਾਰੀ ਜ਼ਮੀਨ ਹੀ ਉਹਦੀ ਸੀ ਅੱਛਾ ਇੱਕ ਹੀ ਬੰਦੇ ਦੀ ਲੋਕਾਂ ਹਿੱਸੇ ਤੇ ਦਿੰਦਾ ਸੀ ਪਰਸਰਾਮ ਪਰਸਰਾਮ ਹੈ ਜਿਹੜਾ ਉਹਦਾ ਭਰਾ ਸੀ ਅੱਛਾ ਇਹਦਾ ਹੀ ਭਰਾ ਸੀ ਪਰਸਰਾਮ ਪਰਸਰਾਮ ਹੈ ਹਾਂਜੀ ਪਰਸਰਾਮ ਦੇ ਕੋਲ ਵੀ ਇੰਨੀ ਜ਼ਮੀਨ ਸੀ ਜਿੰਨੀ ਮੇਲਾ ਰਾਮ ਵਾਲੇ ਕੋਲ ਸੀ ਇਹ ਗਏ ਪਤਾ ਲੱਗਾ ਕਿਸ ਪਾਸੇ ਗਏ ਨੇ? ਇਹ ਜੀ ਚਲੇ ਗਏ ਇਹ ਪਾਣੀਪਤ ਕਰਨਾਲ ਨੂੰ ਗਏ ਸਨ ਇੱਥੋਂ ਅੱਛਾ, ਉੱਥੋਂ ਆਏ ਲੋਕ ਪਾਣੀਪਤ ਕਰਨਾਲ ਤੋਂ ਪਾਣੀਪਤ ਕਰਨਾਲ ਤੋਂ ਮਿਊ ਆਏ ਨੇ ਉਹਨਾਂ ਜਿਹਨਾਂ ਆਣ ਕੇ ਇੱਥੇ ਕਬਜ਼ਾ ਕੀਤਾ ਇਹਨਾਂ ਜ਼ਮੀਨਾਂ ਕਬਜ਼ਾ ਕਰ ਲਿਆ। ਇਹਨਾਂ ਨੇ ਉੱਥੇ ਜਾ ਕੇ ਕਬਜ਼ਾ ਕਰ ਲਿਆ ਚਲੋ ਇਹਨਾਂ ਦਾ ਬਣ ਗਿਆ ਅੱਛਾ ਅੱਛਾ ਠੀਕ ਹੈ। ਤੇ ਹੁਣ ਆਪਣਾ ਜਿਹੜਾ ਪਿੰਡ ਹੈ ਹਾਂਜੀ ਇਹ ਕਦੋਂ ਬਣਿਆ? ਇਹ ਪਿੰਡ ਆਪਣੇ ਬਣੇ ਨੂੰ ਕੋਈ 300 ਸਾਲ ਹੋ ਗਿਆ 300 ਸਾਲ 300 ਸਾਲ ਜ਼ਿਆਦਾ ਹੋ ਗਿਆ ਤੇ ਹੋ ਗਿਆ ਜ਼ਿਆਦਾ ਹੋਵੇ ਤੇ ਹੋਵੇ ਹੀ ਲੇਕਿਨ ਮਤਲਬ ਕਿ ਇਹ ਮੀਆਂ ਉਹ ਦੋ ਸਦੀ ਤਾਂ ਆਪਣੇ ਕੋਲ ਹੋ ਗਈਆਂ ਨੇ ਇੱਕ ਸਦੀ ਲੱਗ ਗਈ ਤੇ ਆਪਣੀ ਮੀਆਂ ਸਰਾਜਦੀਨ ਡਿਪਟੀ ਸੀ ਅੰਗਰੇਜ਼ ਦੇ ਦੌਰ ਦੇ ਵਿੱਚ ਉਹਨਾਂ ਨੇ ਜ਼ਮੀਨ ਜਿਹੜੀ ਹੈ ਨਾ ਇਹ ਇੱਥੇ ਪਾਈ ਸੀ 50 ਮਰਬਾ ਅੱਛਾ ਤੇ ਇਹਨੇ ਬਣਾਈ ਸੀ ਕੋਈ ਮੇਲਾ ਰਾਮ ਨਬੀ ਬਖਸ਼ ਅੱਛਾ ਨਬੀ ਬਖਸ਼ ਜਿਹੜਾ ਨਾ ਤੁਸੀਂ ਕਿਹੜੀ ਕਲਾਸ ਚ ਪੜ੍ਹਦੇ ਸੀ? ਮੈਂ ਉਸ ਵੇਲੇ ਚੌਥੀ ਚ 47 ਚ ਜੀ ਅੱਛਾ ਨਹੀਂ ਜੇ ਉਦੋਂ ਕੋਈ ਹੋਸ਼ ਨਹੀਂ ਤੁਸੀਂ ਇੰਨੀ ਐਡੀ ਹੋਸ਼ ਨਹੀਂ ਸੀ ਉਸ ਵੇਲੇ ਬੱਚਿਆਂ ਨੂੰ ਕਿਹੜਾ ਵੀ ਆਪਣਾ ਜਿਹੜਾ ਯਾਨੀ ਜੋ ਤੁਸੀਂ ਇਹ ਜਦੋਂ ਵੰਡ ਹੋਈ ਕਿੰਨੀ ਉਮਰ ਸੀ ਤੁਹਾਡੀ? ਕਿਹੜੀ ਵੰਡ ਦਾ ਨਹੀਂ ਮੈਨੂੰ ਪਤਾ ਵੰਡ ਦਾ ਪਹਿਲੋਂ ਹੋਈ ਕਿ 14 ਸਾਲ ਹੈ 12 ਸਾਲ ਹੈਗੀ ਆ ਨਹੀਂ ਕਮਲਿਆ ਜਾਣਦਾ ਆ ਬਗਲੇ ਤੇ ਕਈ ਵੰਡ ਹੋਈ ਕੋਈ ਵੰਡ ਉਦੋਂ ਦੀ ਹੋਈ ਹੈ ਵੰਡ ਦਾ ਉਦੋਂ ਜਦੋਂ ਸਰਦਾਰ ਪਾਕਿਸਤਾਨ ਬਣਿਆ ਵੰਡ ਉਦੋਂ ਹੁਣ ਨਹੀਂ ਹੋਈ 14 ਸਾਲ ਕਿਉਂ ਹੋਇਆ 47 ਚ 70 ਸਾਲ ਚਲੋ 75 ਤੇ ਤੂੰ ਬਾਕੀ 70 ਸਾਲ ਹੋ ਗਏ 47 ਵਿੱਚ ਤੁਸੀਂ ਜਿਹੜਾ ਪਾਕਿਸਤਾਨ ਹਿੰਦੁਸਤਾਨ ਬਣਿਆ ਹੈ, ਹਾਂ ਉਦੋਂ ਜਿਹੜਾ ਹੈਗਾ ਵੀ ਤੁਸੀਂ ਕਿੰਨੀ ਉਮਰ ਸੀ ਤੁਹਾਡੀ? ਹਾਂ ਉਦੋਂ ਉਮਰ ਕਿੰਨੀ ਸੀ ਤੁਹਾਡੀ? ਮੈਂ ਹੁਣ ਵੇਖੀ ਤਾਂ ਨਹੀਂ ਉਮਰ ਕਿੰਨੀ ਸੀ
ਸਾਡੇ ਕੋਲ ਪੰਜ ਹੋਈ ਜਾਂਦੇ ਕੋਸ਼ੀ ਆਹੋ ਤੇ ਕੋਸ਼ੀ ਆਹੋ ਤੇ ਪਤਾ ਲੱਗਿਆ ਵੀ ਪਾਕਿਸਤਾਨ ਦਾ ਹੱਥ ਬਣ ਗਿਆ ਚੋਰ ਬਣ ਗਿਆ ਫਿਰ ਕੀ ਕਿਹਾ ਤੁਸੀਂ ਠੀਕ ਹਾਂ ਕਹਿਣਾ ਸੀ ਆਮੀਨ ਕਹਿੰਦਾ ਆਹ ਕਰਨਾ ਸੀ ਸ਼ੇਰੀ ਤੁਹਾਨੂੰ। ਆਸਾਂ ਮਨ ਅਲਾ ਤੋਂ ਬਲ ਜਾ ਪਿੰਡ ਚੋਂ ਨਾ ਕੋਈ ਉੱਠ ਕੇ ਗਿਆ ਹੈ ਨਾ ਕੋ ਤੇ ਨਾ ਕੋਈ ਆਇਆ ਹੈ। ਆਇਆ ਇਹ ਜ਼ਮੀਨ ਟੋਟਲੀ ਮੀਆਂ ਦਾ ਕਬਜ਼ਾ ਸੀ। ਇਸੇ ਤਰ੍ਹਾਂ ਹੀ ਰਿਹਾ, ਹੁਣ ਤੱਕ ਵੀ ਇਸੇ ਤਰ੍ਹਾਂ ਹੀ ਰਿਹਾ। ਮੀਆਂ ਦਾ ਕਬਜ਼ਾ ਮੀਆਂ ਨੇ ਲਈ ਸੀ ਅੰਗਰੇਜ਼ਾਂ ਕੋਲ ਅੰਗਰੇਜ਼ਾਂ ਤੋਂ। ਉਹਦਾ ਨਾਮ ਦਿੱਤਾ ਉਹਨੂੰ ਹਾਂ ਹਾਂ ਉਹਦਾ ਡਿਪਟੀ ਸੀ ਕੀ ਨਾਂ ਸੀ ਸਰਾਜਦੀਨ, ਰਾਜਦੀਨ ਡਿਪਟੀ ਸ਼ਾਹੀਦੀਨ ਡਿਪਟੀ ਸਰਾਜਦੀਨ। ਅੱਛਾ ਉਹਨੇ ਇਹਨਾਂ ਨੂੰ ਵੰਡੀਆਂ ਹੈ ਉਹ ਨਹੀਂ, ਉਹਨੇ ਕੋ ਆਪਦੇ ਫੈਮਿਲੀ ਨੂੰ ਉਹਨੇ ਆਪ ਦੀ ਫੈਮਿਲੀ ਨੂੰ ਕਿ ਸਾਨੂੰ ਉਹਨੇ ਵੰਡੀਆਂ। ਅੱਛਾ ਤੇ ਚਾਰ ਅਸੀਂ ਤਾਂ ਉਹਨਾਂ ਦੇ ਰਾਖ ਸਾਂ, ਮਜ਼ਾਰੇ ਸਾਂ ਤੁਸੀਂ ਮਜ਼ਾਰੇ ਸੋ ਜੀ। ਨਹੀਂ ਤੇ ਇਹ ਮੀਆਂ ਜਿਹੜੀ ਸੀ ਉਹਨਾਂ ਦੇ ਰਿਸ਼ਤੇਦਾਰ ਸਨ ਕਿਹੜੇ ਮੀਆਂ ਹੁਣੀ ਮੀਆਂ ਜਿਨ੍ਹਾਂ ਦਾ ਪਿੰਡ ਹੈ, ਉਹ ਜਿਨ੍ਹਾਂ ਲੋਕਾਂ ਦਾ ਹੈ ਸੀ ਉਹਨਾਂ ਦਾ। ਗੱਲ ਸੁਣ ਜਿਵੇਂ ਉਹ ਇੱਕ ਪਿਓ ਦੇ ਚਾਰ ਪੁੱਤਰ ਨੇ ਅੱਛਾ ਅੱਛਾ ਅਗਾ ਵੱਧ ਜਾਂਦੇ ਨੇ ਅਗਾ ਉਹਨਾਂ ਦੇ ਅੱਗੋਂ ਹੋਏਗਾ ਉਹਨਾਂ ਦੇ ਵਿੱਚ ਸਰਾਜਨ ਦੇ ਵੀ ਕੋਈ ਲੜੀ ਵੱਧ ਨਹੀਂ ਮੈਂ ਕਿਤੇ ਵੱਧ ਗਏ ਇਸ ਤਰ੍ਹਾਂ ਉਹ ਲੜੀ ਵੱਧ ਗਏ ਤੇ ਫਿਰ ਪਹਿਲੀ ਉਹਨਾਂ ਨੂੰ ਉਹਨੇ ਦੂਰੋਂ ਦੂਰੋਂ ਜਦੋਂ ਬਣ ਗਈ ਉਦੋਂ ਤੁਹਾਨੂੰ ਖਬਰਾਂ ਤੇ ਆਉਂਦੀਆਂ ਹੋਣਗੀਆਂ ਉਸ ਪਿੰਡ 'ਚ ਆ ਹੋ ਗਿਆ, ਉਸ ਪਿੰਡ 'ਚ ਆ ਹੋ ਗਿਆ, ਉੱਥੇ ਆ ਹੋ ਗਿਆ। ਇਹ ਖਬਰਾਂ ਆਉਂਦੀਆਂ ਰਹੀਆਂ ਉਦੋਂ ਖਬਰਾਂ ਕਿੱਥੋਂ ਹੋਈ ਉਦੋਂ ਰੇਡੀਓ ਕੋਲ ਇਹ ਖਬਰਾਂ ਕਿੱਥੋਂ ਹੋਣੀਆਂ ਉਦੋਂ ਕੋਈ ਚੀਜ਼ ਨਹੀਂ ਸੀ ਬੰਦੇ ਕੋ ਪਤਾ ਲੱਗ ਜਾਵੇ ਬੰਦੇ ਕਿਹੜੇ ਕੋਲ ਬੰਦਾ ਦਾ ਨਾ ਪਾਸੇ ਹੁੰਦੇ ਤੇ ਨਾ ਜਾਂਦਾ ਬੀਬੀਸੀ ਬੜਾ ਵੱਡਾ ਰੇਡੀਓ ਹੈਗਾ ਸੀ ਲਾਲਾ ਰੇਡੀਓ ਕਿੱਥੇ ਹੋਇਆ ਸੀ ਰੇਡੀਓ ਇਹ ਰਾਤ ਜਦੋਂ ਮਤਲਬ ਇਹ ਕਿ ਪੈਂਦੀ ਸੀ, ਪਾਰੇ ਲੱਗਦੇ ਸਨ। ਸਾਰੇ ਲੱਗਦੇ ਕੋਈ ਸਿੱਖ ਆਣ ਕੇ ਫੇਰ ਨਾ ਬੰਦੇ ਮਾਰ ਜਾਣ। ਉਹ ਸਾਲ 200 ਸਾਲ ਤੱਕ ਮਗਰੋਂ ਭੱਜਦੇ ਰਹੇ ਨੇ ਅੱਛਾ ਆ ਮੁਸਲਮਾਨਾਂ ਨੂੰ ਮਾਰਨ ਵਾਸਤੇ। ਜਿਨ੍ਹਾਂ ਨਾਲ ਲੱਗਦੇ ਇੱਥੇ ਜਿਨ੍ਹਾਂ ਨਾਲ ਲੱਗਦੇ ਸੀ ਜਿਨ੍ਹਾਂ ਨਾਲ ਲੱਗਦੇ ਫੱਬਦੇ ਸੀ। ਕਹਿੰਦੇ ਨੇ ਸਿੱਖਾਂ ਨੂੰ ਮੁਸਲਮਾਨਾਂ ਨੇ ਬੜਾ ਮਾਰਿਆ ਇੱਥੇ ਮਾਰਦਾ ਬੜਾ ਇਹਨੇ। ਮਾਰੇ ਨੇ, ਲੇਕਿਨ ਉਹ ਸਾਈਆਂ ਦੀ ਮਦਦ ਨਾਲ ਆਪ ਨਹੀਂ ਸਨ ਮਾਰ ਸਕਦੇ ਮੁਸਲਮਾਨ। ਨਹੀਂ, ਅੱਛਾ ਸਾਈ ਕਿੰਨਾ ਕੋਈ ਵੈਸੇ ਇੱਥੇ ਉਦੋਂ ਸਾਈ ਉਹਨੇ ਹੀ ਸਨ ਜਿੰਨੇ ਹੁਣ ਨੇ। ਤੇ ਕੋਈ ਨਹੀਂ ਇੱਥੇ ਵੇ ਨਾ ਨਾ। ਕਿਉਂ ਨਹੀਂ ਹੈਗੇ? ਸਾਡੇ ਪਿੰਡ ਪਤਾ ਥੋੜਾ ਬੰਦਾ ਨਾ ਕਿੰਨੇ 16 ਦੀ 15 16 ਜੀ ਕੀ ਕਹਿੰਦੇ 20-25 ਜੀ ਤੇ ਉਹ ਪਰਲਾ ਸਾਹਮਣਾ ਪਿੰਡ ਜਿੱਦਾਂ ਆ ਪਿੰਡ ਏਡਾ ਸਾਈਆਂ ਦਾ ਆਪਣਾ ਪਿੰਡ, ਉੱਥੇ ਬੜੇ ਕ੍ਰਿਸਚਨ ਰਹਿੰਦੇ ਬੜੇ ਕ੍ਰਿਸਚਨ ਇੱਥੇ ਦੇ ਜਿੱਦਾਂ ਪਿੰਡ ਉਹਦੇ ਤੇ ਬੰਦਾ ਨਹੀਂ ਹੋਣਾ ਅੱਲਾਹ ਤੱਕ ਉਹਨਾਂ ਲਾਦਾ ਜਾਣ ਜੱਦੀ ਪੁਸ਼ਤੀ ਨੇ ਉਹਨਾਂ ਦੇ ਵਿੱਚ ਵੀ ਉਹ ਮੀਆਂ ਕੇ ਮਾਲਕ ਸਨ। ਇਹ ਜਿਹੜਾ ਸਾਹਮਣੇ ਨਬੀ ਬਖਸ਼ ਨਬੀ ਬਖਸ਼ ਮੀਆਂ ਸਾਖਾ ਮੀਆਂ ਸਾਖਾ ਮੀਆਂ ਇਸ਼ਤਖਾਰ ਮੀਆਂ ਸਾਖਾ ਇਸ਼ਤਖਾਰ ਜਿਹਨੂੰ ਕਹਿੰਦੇ ਹਾਂ ਸਾਖਾਰ ਕਹਿੰਦੇ ਉਹਦੇ ਜ਼ਮੀਨ ਅੱਛਾ ਸਿੱਖ ਬੜੇ ਡਾਢੇ ਸਨ ਬੜੇ ਡਾਡੇ ਸਨ। ਅੱਛਾ ਇਹ ਪਤਾ ਲੱਗਾ ਕੁਝ ਥੋੜੇ ਅਰਸੇ ਪਹਿਲੇ ਜਿਹੜੇ ਕੋਈ ਪਿਛਲੇ ਪਿੰਡਾਂ ਕਿਹਦਾ ਜਾਏ ਨੇ ਆਪਣਾ ਕੋਈ ਉਹਨਾਂ ਜਿਹੜੀ ਮਾਇਆ ਜਿਹੜਾ ਸੋਨਾ ਦੱਬਿਆ ਸੀ ਲੈ ਗਏ ਨੇ ਇੱਥੇ ਤਾਂ ਉਹ ਆਏ ਹੀ ਨਹੀਂ ਸਨ, ਇੱਥੇ ਉਹਨੇ ਕਿੱਥੋਂ ਉੱਧਰ ਪਿਛਲੇ ਪਾਸੇ ਹਾਂ ਜਿੱਧਰ ਪਿਛਲੇ ਪਾਸੇ ਲਲਿਆਣੀ ਵਾਲੇ 4-5 ਸਾਲ ਪਹਿਲੇ ਆਉਂਦੇ ਜਾਂਦੇ ਰਹੇ ਨੇ। ਅੱਛਾ ਉਹ ਕਈ ਵਾਰ ਆਨੇ ਕਬਰਸਤਾਨ ਚੋਂ ਫੁੱਟ ਕੇ ਲੈ ਜਾਂਦੇ ਕਬਰਸਤਾਨ ਆਹੋ ਕਬਰਸਤਾਨ ਤੋਂ ਬਾਅਦ ਲੁਧਿਆਣੇ ਵਾਲੀ ਉੱਥੋਂ ਕੀ ਪੁੱਟਦੇ ਸਨ ਹੁਣ ਮਾਰੀ ਵਾਕਿਆ ਸਾਨੂੰ ਕੀ ਬਾਕੀ ਪੁੱਟਣਾ ਹੈ ਉਹਨਾਂ ਦਾ ਮਾਲ ਉਹਨਾਂ ਪੁੱਟਣਾ ਉੱਪਰ ਉਹਨਾਂ ਦਾ ਮਾਲ ਉਹਨਾਂ ਆਪਦਾ ਮਾਲ ਪੁੱਟਣਾ ਸਾਰਾ ਅਸੀਂ ਲੱਗਿਆ ਵੀ ਕੋਈ ਚੀਜ਼ ਪੁੱਟਦੇ ਹੋ ਰਹੀ ਹੈ ਕੋਈ ਨਾ ਕੋਈ ਉਹਨਾਂ ਦਾ ਮਾਲ ਹੋਣਾ ਨਾ ਕੋਈ ਸੋਨਾ ਪੁੱਟਦੇ ਹਨ, ਚਾਂਦੀ ਜਿਹੜੀ ਕਿ ਉਹਨਾਂ ਨੇ ਨੱਪੀ ਹੋਈ ਸੀ ਕਬਰਾਂ ਦੀ ਸ਼ਕਲ 'ਚ। ਸਾਨੂੰ ਮਰਾਂ ਜਿਹੜੀਆਂ ਬਣੀਆਂ ਸਨ ਮੜੀਆਂ ਇੱਥੇ ਗੱਲ ਕਰ ਮੜੀਆਂ ਮੜੀ ਜੋ ਲਗਾਇਓ ਕੱਢ ਕੇ ਸੋਨਾ ਬੜਾ ਲਗਾਇਆ ਸੀ ਅੱਲਾ ਜਾਣੇ ਹੁਣ ਤੁਹਾਨੂੰ ਪਤਾ ਤਾਂ ਸਾਨੂੰ ਕੀ ਪੁੱਛਣਾ ਮੈਂ ਪੁੱਛਣਾ ਗੱਲ ਇਹ ਨਹੀਂ ਤੁਹਾਨੂੰ ਗੱਲ ਇਹ ਇੰਜੀ ਲਗਾਇਆ ਤੇ ਪੁੱਟ ਕੇ ਪਤਾ ਨਹੀਂ ਕੀ ਲਗਾਏ ਨੇ ਨਾਲ ਉਹਨਾਂ ਦੇ ਸਪਾਈ ਸਪੂਈ ਵੀ ਹੁੰਦੇ ਸਨ, ਉਹਦੀ ਫੇਵਰ ਕਰਨ ਵਾਸਤੇ ਪਾਕਿਸਤਾਨ ਦੇ ਲੋਕ ਉਹਦਾ ਕਾਨੂੰਨੀ ਤੌਰ ਤੇ ਆਉਂਦੇ ਕਾਨੂੰਨੀ ਤੌਰ ਤੇ ਆਉਂਦੇ। ਅੱਛਾ ਇਹ ਵੇਖੋ ਇਹ ਇੰਨੇ ਅੱਜ ਕੁਝ 75 ਸਾਲ ਹੋ ਗਏ ਇਹਨਾਂ ਨੂੰ ਕਿਵੇਂ ਪਤਾ ਲੱਗਦਾ ਵੀ ਸਾਡਾ ਸਮਾਨ ਉੱਥੇ ਪਿਆ ਹੈ ਅੱਜ ਤਾਂ ਨਹੀਂ ਦੀ ਗੱਲ ਅੱਜ ਤਾਂ ਨਹੀਂ, ਉਹ ਤਾਂ 4 ਸਾਲ ਪਹਿਲੇ ਦੀ ਗੱਲ ਕਰਨ ਲਿਆ 10-15 ਸਾਲ ਪਹਿਲੇ ਪੁੱਟ ਪੱਟ ਇਹ ਕੇ 10-15 ਸਾਲ ਵੀ ਪਹਿਲੇ ਲੈ ਗਏ ਨੇ ਤੇ ਇੰਨੀ ਪੁਰਾਣੀ ਗੱਲ ਹੈ ਤੇ ਉਹ ਬੰਦੇ ਜਿਉਂਦੇ ਸਨ ਨਾ, ਜੇ ਉਹਨਾਂ ਦੀ 100 ਸਾਲ ਉਮਰ ਸੀ। ਤੇ ਇਹ ਨਕਸ਼ਾ ਉਹੀ ਰਿਹਾ ਪੁਰਾਣਾ ਹੀ ਨਕਸ਼ਾ ਜੀ ਉਸੇ ਤਰ੍ਹਾਂ ਹੀ ਚੱਲਣ ਡਿਆ ਜਿਵੇਂ ਨਾਰ ਚੱਲਦੀ, ਜਿਵੇਂ ਸੜਕ ਸੀ, ਜਿਵੇਂ ਹਰ ਇੱਕ ਚੀਜ਼ ਸੀ। ਆ ਛੱਡ ਦੋ ਆਵੇਂ ਆ ਦੁਕਾਨ ਦਾ ਟਾਈਮ ਹੋ ਗਿਆ ਚਲੋ ਹੁਣ ਸਾਹ ਲੈ ਲਓ ਲੋ ਜੀ ਜਾਨ ਹੋਣ ਲੱਗੀ ਬਸ ਚਲੋ ਜੀ ਨਾਜ਼ਰੀਨ ਤੁਸੀਂ ਸਾਡਾ ਇੰਟਰਵਿਊ ਦੇਖਿਆ, ਸਾਨੂੰ ਇਜਾਜ਼ਤ ਦਿਓ, ਅੱਲਾ ਹਾਫਿਜ਼। Subscribe now and press the bell icon. Never miss an update.